Hello everyone, welcome to Victor's Knowledge. This is Chinu Sharma, and today we are going to take up another important lecture for upcoming exams. ਤੇ ਅੱਜ ਦੇ ਇਸ ਲੈਕਚਰ ਦੇ ਅੰਦਰ ਆਪਾਂ ਡਿਸਕਸ ਕਰਾਂਗੇ ਨਵੰਬਰ ਫਰਸਟ ਵੀਕ ਦੇ ਇੰਪੋਰਟੈਂਟ ਵਨ ਲਾਈਨਰ ਕਰੰਟ ਅਫੇਅਰ। ਸੋ ਇਹਦੇ ਵਿੱਚ 1 ਨਵੰਬਰ ਟਿਲ 7 ਨਵੰਬਰ ਸਾਰੇ ਇੰਪੋਰਟੈਂਟ ਕਰੰਟ ਅਫੇਅਰ ਫੈਕਟ ਕਵਰ ਹੋਣਗੇ। So we are starting with important days. So ਨਵੰਬਰ ਪਹਿਲੇ ਹਫਤੇ ਦੇ ਜੇ ਆਪਾਂ important days ਦੀ ਗੱਲ ਕਰੀਏ ਤਾਂ ਆਪਾਂ ਸਟਾਰਟ ਕਰਾਂਗੇ 1 ਨਵੰਬਰ ਤੋਂ ਜਿਸ ਦਿਨ ਵਰਲਡ ਵੀਗਨ ਡੇ ਮਨਾਇਆ ਜਾਂਦਾ ਹੈ। ਸੋ ਇਸ ਦਿਨ ਬੇਸਿਕਲੀ ਵੀਗਨ ਡਾਈਟ ਬਾਰੇ ਵੈਜੀਟੇਰੀਅਨ ਡਾਈਟ ਬਾਰੇ ਅਵੇਅਰਨੈਸ ਕ੍ਰੀਏਟ ਕਰਨ ਦੇ ਲਈ ਦਿਨ ਐਲੋਕੇਟ ਕੀਤਾ ਹੈ। ਫਿਰ ਆਉਂਦਾ 2 ਨਵੰਬਰ ਇੱਕ ਯੂਨਾਈਟਿਡ ਨੇਸ਼ਨ ਦੇ ਦੁਆਰਾ ਰੈਕੋਗਨਾਈਜ਼ਡ ਦਿਨ ਹੈ ਇੰਟਰਨੈਸ਼ਨਲ ਡੇ ਟੂ ਐਂਡ ਇੰਪਿਊਨਿਟੀ ਫॉर ਕ੍ਰਾਈਮ ਅਗੇਂਸਟ ਜਰਨਲਿਸਟ। ਨੈਕਸਟ ਇਜ਼ ਵੈਰੀ ਇੰਪੋਰਟੈਂਟ 5 ਨਵੰਬਰ ਨੂੰ ਪੂਰੇ ਵਰਲਡ ਦੇ ਵਿੱਚ ਵਰਲਡ ਸੁਨਾਮੀ ਅਵੇਅਰਨੈਸ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਦੈਨ ਇੰਡੀਆ ਸੈਲੀਬ੍ਰੇਟ ਕਰਦਾ ਹੈ ਆਯੁਰਵੇਦ ਡੇ ਹਰ ਸਾਲ ਧਨਤੇਰਸ ਦੇ ਦਿਨ। ਸੋ ਇਸ ਸਾਲ ਧਨਤੇਰਸ ਸੀ 2 ਨਵੰਬਰ ਦੀ, ਸੋ ਇਸੇ ਲਈ ਆਯੁਰਵੇਦ ਡੇ ਵੀ ਇੰਡੀਆ ਦੇ ਵਿੱਚ 2 ਨਵੰਬਰ ਨੂੰ ਮਨਾਇਆ ਗਿਆ। Next ਹੈ International Day for Preventing the Exploitation of Environment in War and Armed Conflict। ਇੱਕ ਇੰਟਰਨੈਸ਼ਨਲ ਡੇ ਹੈ ਤੇ ਇਹ ਮਨਾਇਆ ਜਾਂਦਾ ਹੈ 6 ਨਵੰਬਰ ਨੂੰ। ਤੇ ਲਾਸਟ ਵਿੱਚ 7 ਨਵੰਬਰ ਨੂੰ ਇੰਡੀਆ ਦੇ ਵਿੱਚ ਨੈਸ਼ਨਲ ਕੈਂਸਰ ਅਵੇਅਰਨੈਸ ਡੇ। ਸੋ ਇਹਦੇ ਵਿੱਚ ਬੇਸਿਕਲੀ ਕੈਂਸਰ ਕਿਵੇਂ ਹੋ ਸਕਦਾ, ਉਹਦਾ ਟ੍ਰੀਟਮੈਂਟ, ਇਲਾਜ ਕਿਵੇਂ ਕਰਵਾਉਣਾ, ਉਹਦੇ ਕਿਹੜੇ-ਕਿਹੜੇ ਸਿੰਪਟਮਸ ਹੁੰਦੇ ਨੇ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਵੇਅਰਨੈਸ ਜਾਗਰੂਕਤਾ ਫੈਲਾਈ ਜਾਂਦੀ ਹੈ। Next we'll talk about sports news. So recently France ਦੇ ਵਿੱਚ World Deaf Judo Championship ਹੋਈ ਸੀ ਜਿੱਥੇ ਇੰਡੀਆ ਦੇ ਵਿੱਚੋਂ ਜੰਮੂ ਕਸ਼ਮੀਰ ਟੀਮ ਨੇ ਫਰਸਟ ਪੋਜੀਸ਼ਨ ਹਾਸਿਲ ਕੀਤੀ ਹੈ। very important। Rakshanda Mehak, who is part of Indian team for deaf, clinched the bronze medal by defeating South Korean team in semi-final। ਸੋ ਜਿਹੜੀ ਚੈਂਪੀਅਨਸ਼ਿਪ ਹੋਈ ਸੀ ਇਹ ਹੋਈ ਸੀ ਪੈਰਿਸ ਵਰਸਲੇ ਫਰਾਂਸ। ਨੈਕਸਟ ਹੈ ਇੰਡੀਆ ਦੇ ਗ੍ਰੈਂਡ ਮਾਸਟਰ ਪੀ ਇਨਾਇਨ। ਉਹਨਾਂ ਨੇ ਰੀਸੈਂਟਲੀ ਸਰਬੀਆ ਦੇ ਵਿੱਚ ਇੱਕ 5th ਰਜ਼ਨਾ ਜ਼ੋਰਾ ਚੈਸ ਟੂਰਨਾਮੈਂਟ ਹੋਇਆ ਸੀ ਜਿਹੜਾ ਉਹਨਾਂ ਨੇ ਜਿੱਤਿਆ। Unmukt Chand has become the first Indian male cricketer to sign up for Big Bash League as he is set to feature in Melbourne Renegade side in the upcoming edition। ਸੋ ਇੰਡੀਆ ਦੇ ਪਹਿਲੇ ਮੇਲ ਕ੍ਰਿਕਟਰ ਬਣੇ ਨੇ ਜਿਹੜੇ ਬਿਗ ਬੈਸ਼ ਲੀਗ ਦੇ ਲਈ ਸਿਲੈਕਟ ਹੋਏ ਨੇ ਤੇ ਇਹਨਾਂ ਦਾ ਨਾਮ ਹੈ ਉਨਮੁਕਤ ਚੰਦ। ਨੈਕਸਟ ਇਜ਼ very important AIBA Men World Boxing Championship ਜੋ ਸਰਬੀਆ ਦੇ ਵਿੱਚ ਕਰਵਾਈ ਗਈ ਸੀ 5 ਨਵੰਬਰ 2021 ਨੂੰ। ਇੰਡੀਅਨ ਬਾਕਸਰ ਆਕਾਸ਼ ਕੁਮਾਰ ਨੇ ਬ੍ਰੌਂਜ਼ ਮੈਡਲ ਹਾਸਿਲ ਕੀਤਾ ਹੈ। very important। Next is ranks and report। Hurun India and Edelgive have jointly released the Edelgive Hurun India philanthropy list। ਸੋ ਇਹ ਬੇਸਿਕਲੀ ਉਹ ਲਿਸਟ ਆ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਵੀ ਕਿਹੜੇ-ਕਿਹੜੇ ਜਿਹੜੇ ਬਿਗ ਬਿਜ਼ਨਸਮੈਨ ਹੈ ਜਾਂ ਕੋਈ ਵੀ ਹੋਰ ਰਿਚ ਪਰਸਨ ਹੈ, ਇੰਡਸਟਰੀਅਲਿਸਟ ਹੈ, ਉਹ ਕਿੰਨੀ ਆਪਣੀ ਇਨਕਮ ਹੈ ਜਿਹੜੀ ਕਿੰਨੇ ਐਨੂਅਲ ਪ੍ਰੋਫਿਟਸ ਨੇ ਉਹਨਾਂ ਦਾ ਹਿੱਸਾ ਫਿਲੈਂਥਰੋਪਿਕ ਐਕਟੀਵਿਟੀਜ਼ 'ਚ ਪਾਉਂਦੇ ਨੇ, ਮਤਲਬ ਚੈਰਿਟੀ ਵਗੈਰਾ ਦੇ ਵਿੱਚ ਪਾਉਂਦੇ ਨੇ। ਸੋ ਇਹਦੇ ਵਿੱਚ ਨੰਬਰ 1 ਤੇ ਆਏ ਨੇ ਇਸ ਲਿਸਟ ਵਿੱਚ ਅਜ਼ੀਮ ਪ੍ਰੇਮ ਜੀ। ਸੋ ਇਹ ਵਿਪਰੋ ਦੇ ਫਾਊਂਡਰ ਚੇਅਰਮੈਨ ਨੇ। ਸੋ ਇਹਨਾਂ ਨੇ ਡੋਨੇਟ ਕੀਤਾ 2020-21 ਦੇ ਵਿੱਚ 9713 ਕਰੋੜ ਜਿਹੜਾ ਕਿ ਜੇ ਆਪਾਂ ਇੱਕ ਦਿਨ ਦੇ ਅਕੋਰਡਿੰਗ ਕੈਲਕੂਲੇਟ ਕਰੀਏ ਤਾਂ ਸਮਝ ਲਓ ਇਹਨਾਂ ਨੇ ਇੱਕ ਦਿਨ ਦੇ ਵਿੱਚ 27 ਕਰੋੜ ਦੇ ਅਰਾਊਂਡ ਪੈਸਾ ਡੋਨੇਟ ਕੀਤਾ, ਚੈਰਿਟੀ ਵਿੱਚ ਪਾਇਆ, ਫਿਲੈਂਥਰੋਪਿਕ ਐਕਟੀਵਿਟੀਜ਼ ਵਿੱਚ ਪਾਇਆ। ਨੰਬਰ 2 ਤੇ ਆਏ ਨੇ ਇੰਡੀਆ ਦੇ ਵਿੱਚ HCL ਦੇ ਸ਼ਿਵ ਨਾਡਰ। ਨੰਬਰ 3 ਤੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ। ਨੈਕਸਟ ਇਜ਼ ਕੁਐਕਰਲੇ ਸਾਈਮਨ QS। ਇਹਨਾਂ ਨੇ ਰਿਲੀਜ਼ ਕੀਤੀ ਹੈ 2022 ਦੀ ਵਰਲਡ ਯੂਨੀਵਰਸਿਟੀ ਰੈਂਕਿੰਗ ਰਿਪੋਰਟ। ਸੋ ਇਹਦੇ ਮੁਤਾਬਿਕ ਨੰਬਰ 1 ਤੇ ਜਿਹੜੀ ਯੂਨੀਵਰਸਿਟੀ ਆਈ ਹੈ ਪੂਰੇ ਵਰਲਡ ਦੇ ਵਿੱਚ ਉਹ ਹੈ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਤੇ ਚੌਥੀ ਵਾਰੀ ਲਗਾਤਾਰ ਜਿੱਤ ਰਹੀ ਹੈ। ਨੰਬਰ 2 ਤੇ ਚਾਈਨਾ ਦੀ ਪੇਕਿੰਗ ਯੂਨੀਵਰਸਿਟੀ। ਨੰਬਰ 3 ਤੇ ਇੱਕ ਸਿੰਗਾਪੁਰ ਦੀ ਆਈ ਹੈ ਤੇ ਹਾਂਗਕਾਂਗ ਦੀ, ਇਹ ਦੋਨੋਂ ਨੰਬਰ 3 ਤੇ ਆਈਆਂ ਨੇ। ਸੋ ਨੈਕਸਟ ਇਜ਼ ਇੰਡੀਆ ਦੀ ਜੇ ਆਪਾਂ ਗੱਲ ਕਰੀਏ ਤਾਂ ਇੰਡੀਆ ਦੇ ਵਿੱਚੋਂ
42nd ਰੈਂਕ ਤੇ ਆਈ ਹੈ IIT ਬੰਬੇ ਤੇ 45th ਰੈਂਕ ਤੇ IIT ਦਿੱਲੀ ਤੇ ਸਿਰਫ 2 ਇੰਡੀਆ ਦੇ ਇਹੋ ਜਿਹੇ ਇੰਸਟੀਟਿਊਟ ਨੇ ਜਿਹੜੇ ਟੌਪ 50 ਦੇ ਵਿੱਚ ਆਏ ਨੇ। ਸੋ ਜਿਹੜਾ ਇਹ ਇੰਡੈਕਸ ਹੈ, ਰੈਂਕਿੰਗ ਹੈ, ਆਉਣ ਵਾਲੇ ਸਾਰੇ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਇਜ਼ ਅਵਾਰਡ ਐਂਡ ਰੈਕੋਗਨੀਸ਼ਨ। ਸੋ ਸਾਊਥ ਅਫਰੀਕਨ ਪਲੇਰਾਈਟ ਐਂਡ ਨੋਵਲਿਸਟ ਡੈਮਨ ਗੈਲਗੇਟ ਇਹਨਾਂ ਨੇ 2021 ਦਾ ਬੁੱਕਰ ਪ੍ਰਾਈਜ਼ ਜਿੱਤਿਆ ਫॉर ਦ ਪ੍ਰੋਮਿਸ। ਸੋ ਇਹ ਤੁਸੀਂ ਨਾਮ ਯਾਦ ਰੱਖਣਾ ਹੈ, ਦ ਪ੍ਰੋਮਿਸ। ਨੈਕਸਟ ਕੁਝ ਇੰਪੋਰਟੈਂਟ ਕਾਨਫਰੰਸ ਤੇ ਸਬਮਿਟ ਹੋਏ। ਸੋ ਇਹ ਹੋਏ ਟੁਵਰਡਸ ਦ ਐਂਡ ਆਫ ਅਕਤੂਬਰ ਜਾਂ ਫਿਰ ਨਵੰਬਰ ਦੀ ਸਟਾਰਟਿੰਗ ਵਿੱਚ। ਸੋ ਪਹਿਲਾ ਸੀ COP 26 ਗਲਾਸਗੋ ਕਲਾਈਮੇਟ ਸਮਿਟ ਸਕਾਟਲੈਂਡ ਵਿੱਚ ਹੋਇਆ, ਵੈਰੀ ਇੰਪੋਰਟੈਂਟ। ਦੈਨ ਗਰੁੱਪ ਆਫ 20 ਦਾ 2021 ਦਾ ਸਮਿਟ ਹੋਇਆ ਰੋਮ, ਇਟਲੀ ਤੇ ਇਹਦੇ ਚੇਅਰ ਕੌਣ ਸੀ ਇਸ ਵਾਰੀ? ਸੋ ਇਹਨੂੰ ਚੇਅਰ ਕੀਤਾ G20 ਸਮਿਟ ਨੂੰ ਇਟਲੀ ਨੇ। ਸੋ ਇਹਦੀ ਚੇਅਰਮੈਨਸ਼ਿਪ ਸੀ ਇਟਾਲੀਅਨ ਪ੍ਰਾਈਮ ਮਿਨਿਸਟਰ ਮੈਰੀਓ ਡਰੈਗੀ। ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ। ਨੈਕਸਟ ਅਰਬਨ ਮੋਬਿਲਿਟੀ ਇੰਡੀਆ ਕਾਨਫਰੰਸ 2021 ਕਰਵਾਈ ਗਈ, ਜਿਹਦਾ 14ਵਾਂ ਐਡੀਸ਼ਨ ਸੀ ਇਸ ਸਾਲ ਤੇ ਉਹਦੀ ਜਿਹੜੀ ਵੈਲਿਡਿਕਟਰੀ ਸੈਸ਼ਨ ਸੀ ਉਹਦੇ ਵਿੱਚ ਚੇਅਰ ਕਿਹਨੇ ਕੀਤਾ? ਸ਼੍ਰੀ ਹਰਦੀਪ ਐਸ ਪੁਰੀ। ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ। Next is defense news. So 7th Indian Navy Frigate ਇਹ ਲਾਂਚ ਕੀਤਾ ਗਿਆ ਯੰਤਰ ਸ਼ਿਪਯਾਰਡ ਉੱਤੇ। ਇਹ ਕਿੱਥੇ ਹੈ? ਕਲਿਨਿੰਦਰ, ਰਸ਼ੀਆ ਦੇ ਵਿੱਚ। ਜਿਹੜੀ ਸ਼ਿਪ ਲਾਂਚ ਕੀਤੀ ਗਈ ਹੈ ਇੰਡੀਅਨ ਨੇਵੀ ਦੇ ਵੱਲੋਂ, ਇਹਦਾ ਨਾਮ ਰੱਖਿਆ ਗਿਆ ਤੁਸ਼ੀਲ। ਤੁਸ਼ੀਲ ਕੀ ਇੱਕ ਸੰਸਕ੍ਰਿਤ ਵਰਡ ਹੈ ਜਿਹਦਾ ਮਤਲਬ ਹੈ ਪ੍ਰੋਟੈਕਟਰ ਸ਼ੀਲਡ, ਵੈਰੀ ਇੰਪੋਰਟੈਂਟ। Next, a total of 84 Indian Air Force personnel took part in the International Multilateral Combat Exercise Blue Flag 2021. So, ਇਹਦੇ ਵਿੱਚ Indian Air Force ਦੇ 84 personnel ਨੇ participate ਕੀਤਾ ਤੇ ਇਹਦਾ theme ਬਹੁਤ ਜ਼ਿਆਦਾ important ਹੈ। So, Blue Flag 2021 ਦਾ theme ਸੀ Integration of 4th and 5th generation aircraft in complex operational scenario. Next, we'll talk about few important books and author. Amit Ranjan ਇਹਨਾਂ ਨੇ ਇੱਕ book ਲਿਖੀ John Lang, Wanderer of Hindustan, Slander of Hindustani, Lawyer for the Rani. So ਇਹ ਤੁਸੀਂ book ਦਾ ਨਾਮ plus ਇਹਦੇ author ਦਾ ਨਾਮ ਯਾਦ ਰੱਖਣਾ ਹੈ। Next, very important, Infosys Foundation ਦੀ chairman ਤੇ renowned author ਸੁਧਾ ਮੂਰਤੀ ਇਹਨਾਂ ਨੇ ਇੱਕ ਨਵੀਂ book publish ਕੀਤੀ ਹੈ The Sage with Two Horns, Unusual Tales from Mythology ਤੇ ਇਹ 5th ਤੇ ਆਖਰੀ ਬੁੱਕ ਹੈ ਜਿਹੜੀ ਇਹਨਾਂ ਨੇ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਸੀ ਮਿਥੋਲੋਜੀ ਟੇਲਸ ਦੀ ਉਹਨਾਂ ਉੱਪਰ। ਸੋ ਇਹਦਾ ਤੁਸੀਂ ਨਾਮ ਯਾਦ ਰੱਖਣਾ ਹੈ। ਆਲਸੋ co-founder of Infosys ਸੁਧਾ ਮੂਰਤੀ। So next we'll talk about few important national current affairs. So Union Minister Dr. Jatinder Singh ਨੇ ਇੱਕ ਸੈਂਟਰ ਸਰਦਾਰ ਪਟੇਲ ਲੀਡਰਸ਼ਿਪ ਸੈਂਟਰ ਇਨੋਗ੍ਰੇਟ ਕੀਤਾ ਤੇ ਇਹ ਕੀਤਾ ਗਿਆ ਮਸੂਰੀ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ ਲਬਸਨਾ ਵਿੱਚ। ਨੈਕਸਟ ਇਜ਼ 3 ਦਿਨ ਲੰਬਾ ਗੰਗਾ ਉਤਸਵ ਚੱਲਿਆ ਤੇ ਇਸ ਸਾਲ ਗੰਗਾ ਉਤਸਵ ਦਾ 5ਵਾਂ ਐਡੀਸ਼ਨ ਸੀ 1 ਨਵੰਬਰ ਤੋਂ 3 ਨਵੰਬਰ ਤੱਕ ਵਰਚੁਅਲ ਫਾਰਮੈਟ ਵਿੱਚ। As part of Azadi Ka Amrit Mahotsav to celebrate 75 years of independence and in remembrance of Iron Man of India Shri Vallabhbhai Patel, REC Limited, a public sector company under the Ministry of Power, organized Bijli Utsav near Statue of Unity in Kevadia, Gujarat. So ਜਿਹੜਾ ਗੁਜਰਾਤ ਦੇ ਕੇਵਾੜੀਆ ਵਿੱਚ ਇੱਕ Statue of Unity ਤਿਆਰ ਕੀਤਾ ਗਿਆ ਹੈ ਉਹਦੇ ਨੇੜੇ REC plus Ministry of Power ਨੇ ਇੱਕ 75 ਸਾਲ ਆਜ਼ਾਦੀ ਦੇ ਇਸ ਚੀਜ਼ ਨੂੰ ਸੈਲੀਬ੍ਰੇਟ ਕਰਨ ਦੇ ਲਈ ਤੇ ਨਾਲ ਹੀ ਸਰਦਾਰ ਵੱਲਭ ਭਾਈ ਪਟੇਲ ਨੂੰ ਯਾਦ ਕਰਨ ਦੇ ਲਈ ਇੱਕ ਉਤਸਵ ਕਰਵਾਇਆ ਜਿਹਦਾ ਨਾਮ ਰੱਖਿਆ ਗਿਆ ਬਿਜਲੀ ਉਤਸਵ। ਸੋ ਬਿਜਲੀ ਕਿਉਂਕਿ ਇਹ ਕਿਹਦੇ ਨਾਲ ਕਰਵਾਇਆ ਗਿਆ? ਮਿਨਿਸਟਰੀ ਆਫ ਪਾਵਰ ਦੀ ਪਾਰਟਨਰਸ਼ਿਪ ਦੇ ਨਾਲ ਆਰਗੇਨਾਈਜ਼ ਕਰਵਾਇਆ ਗਿਆ। ਨੈਕਸਟ ਇਜ਼ ਹਰਿਆਣਾ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਜੀ ਨੇ ਉੱਤਮ ਬੀਜ ਪੋਰਟਲ ਫਾਰਮਰਸ ਦੀ ਮਦਦ ਕਰਨ ਦੇ ਲਈ ਲਾਂਚ ਕੀਤਾ। ਸੋ ਇਹਦੇ ਵਿੱਚ ਬੇਸਿਕਲੀ ਕੀ ਹੈ ਫਾਰਮਰਸ ਨੂੰ ਨੌਲੇਜ ਮਿਲੂਗੀ ਕਿ ਉਹਨਾਂ ਨੂੰ ਕਿਹੜੇ ਸੀਡਸ ਕਿਹੜੇ ਕੁਆਲਿਟੀ ਸੀਡਸ ਵਧੀਆ ਕੁਆਲਿਟੀ ਸੀਡਸ ਲੈਣੇ ਚਾਹੀਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਫਾਰਮਿੰਗ ਇੰਪਰੂਵ ਹੋਵੇ। ਨੈਕਸਟ ਇਜ਼ ਕੇਰਲਾ ਨੇ ਆਪਣਾ 65th ਫਾਊਂਡੇਸ਼ਨ ਡੇ ਮਨਾਇਆ।
ਸੋ ਕੇਰਲਾ ਕਦੋਂ ਕ੍ਰੀਏਟ ਹੋਈ ਸੀ? 1 ਨਵੰਬਰ 1956 ਵਿੱਚ। ਸੋ ਜਿਹੜਾ ਦਿਨ ਹੈ ਇਹਦੇ ਲਈ ਨਾਮ ਜਿਹੜਾ ਰੱਖਿਆ ਗਿਆ ਉਹ ਹੈ ਕੇਰਲਾ ਪਿਰਾਏ। ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ। ਮਿਨਿਸਟਰ ਆਫ ਸਟੇਟ ਆਈਟੀ ਸ਼੍ਰੀ ਰਾਜੀਵ ਚੰਦਰ ਸ਼ੇਖਰ ਇਹਨਾਂ ਨੇ ਇਨੋਗ੍ਰੇਟ ਕੀਤਾ 10ਵਾਂ ਇੰਟਰਨੈਟ ਐਕਸਚੇਂਜ ਆਫ ਨਿਕਸੀ ਇਨ ਇੰਡੀਆ। ਬੇਸਿਕਲੀ ਇਹ ਕਿੱਥੇ ਕੀਤਾ ਗਿਆ? ਉੱਤਰਾਖੰਡ ਦੇ ਵਿੱਚ। ਇਹਦੇ ਨਾਲ ਉੱਤਰਾਖੰਡ ਦੇ ਵਿੱਚ ਜਿਹੜੀ ਇੰਟਰਨੈਟ ਦੀ ਕੁਆਲਿਟੀ ਆ ਤੇ ਬ੍ਰੌਡਬੈਂਡ ਸਰਵਿਸ ਹੈ ਉਹਨੂੰ ਹੋਰ ਜ਼ਿਆਦਾ ਇੰਪਰੂਵ ਕੀਤਾ ਜਾਊਗਾ। ਨੈਕਸਟ ਹੁਣ ਆਪਾਂ ਗੱਲ ਕਰਾਂਗੇ ਇੰਟਰਨੈਸ਼ਨਲ ਅਫੇਅਰ ਦੀ। ਸੋ ਮਾਈਕਰੋਸਾਫਟ ਨੇ ਐਪਲ ਨੂੰ ਸਰਪਾਸ ਕਰਤਾ ਤੇ ਵਰਲਡ ਦੀ ਸਭ ਤੋਂ ਜ਼ਿਆਦਾ ਵੈਲਿਊਏਬਲ ਪਬਲਿਕਲੀ ਟ੍ਰੇਡਡ ਕੰਪਨੀ ਬਣੀ ਹੈ ਬਾਈ ਮਾਰਕੀਟ ਕੈਪੀਟਲਾਈਜੇਸ਼ਨ। ਵੈਰੀ ਇੰਪੋਰਟੈਂਟ ਫॉर ਐਗਜ਼ਾਮ। ਨੈਕਸਟ ਇਜ਼ ਯੂਐਸ ਦੇ ਵਿੱਚ ਇੱਕ ਬਿੱਲ ਇੰਟਰੋਡਿਊਸ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ। ਸੋ ਇਹ ਬਿੱਲ ਇੰਟਰੋਡਿਊਸ ਕੀਤਾ ਹੈ ਲਾਅ ਮੇਕਰਸ ਨੇ ਲੈਡ ਬਾਈ ਕਾਂਗਰਸ ਵੂਮਨ ਕੈਰੋਲਿਨ ਬੀ ਮੈਲੋਨੀ ਫਰੋਮ ਨਿਊਯਾਰਕ। ਬਿੱਲ ਟੂ ਡਿਕਲੇਅਰ ਦੀਵਾਲੀ ਐਜ਼ ਨੈਸ਼ਨਲ ਹੌਲੀਡੇ। ਸੋ ਯੂਨਾਈਟਿਡ ਸਟੇਟਸ ਅਮਰੀਕਾ ਦੇ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਉਸ ਦਿਨ ਇੱਕ ਨੈਸ਼ਨਲ ਹੌਲੀਡੇ ਡਿਕਲੇਅਰ ਕਰਨ ਦੇ ਲਈ ਬਿੱਲ ਇੰਟਰੋਡਿਊਸ ਕੀਤਾ ਗਿਆ ਤੇ ਜਿਹੜਾ ਬਿੱਲ ਇੰਟਰੋਡਿਊਸ ਕੀਤਾ ਹੈ ਇਹਦਾ ਐਕਟ ਹੈ ਜਿਹੜਾ ਉਹਦਾ ਨਾਮ ਹੈ ਦੀਪਾਵਲੀ ਡੇ ਐਕਟ। ਨੈਕਸਟ ਯਾਹੂ ਨੇ ਅਨਾਉਂਸ ਕੀਤਾ ਹੈ ਕਿ ਉਹ ਚਾਈਨਾ ਨੂੰ ਛੱਡ ਰਿਹਾ ਹੈ ਕਿਉਂਕਿ ਉਹਨਾਂ ਨੂੰ ਜਿਹੜਾ ਚਾਈਨਾ ਦਾ ਇੱਕ এনवायरमेंट ਹੈ ਬਿਜ਼ਨਸ ਦਾ ਉਹ ਬਹੁਤ ਜ਼ਿਆਦਾ ਚੈਲੰਜਿੰਗ ਲੱਗ ਰਿਹਾ ਹੈ। ਸੋ 22 ਸਾਲ ਤੋਂ ਜਿਹੜੀ ਯਾਹੂ ਹੈ ਉਹ ਚਾਈਨੀਜ਼ ਮਾਰਕੀਟ ਦੇ ਵਿੱਚ ਪ੍ਰੈਜ਼ੈਂਟ ਸੀ। ਸੋ ਹੁਣ ਯਾਹੂ ਨੇ ਅਨਾਉਂਸ ਕੀਤਾ ਹੈ ਕਿ ਉਹ 1 ਨਵੰਬਰ 2021 ਤੋਂ ਚਾਈਨਾ ਮੇਨਲੈਂਡ ਤੋਂ ਆਪਣੀ ਸਰਵਿਸਿਜ਼ ਨੂੰ ਸਟਾਪ ਕਰ ਰਹੇ ਨੇ। ਵੈਰੀ ਇੰਪੋਰਟੈਂਟ ਫॉर ਐਗਜ਼ਾਮ। ਨੈਕਸਟ ਨੂੰ ਆਪਾਂ ਦੇਖਾਂਗੇ ਵੀ ਇਸ ਵੀਕ ਦਾ ਨਵੰਬਰ ਪਹਿਲੇ ਹਫਤੇ ਦਾ ਮੇਨ ਹਾਈਲਾਈਟ ਕੀ ਸੀ, ਸਭ ਤੋਂ ਜ਼ਿਆਦਾ ਆਈ ਕੈਚਿੰਗ ਨਿਊਜ਼ ਕਿਹੜੀ ਸੀ। ਸੋ ਉਹ ਸੀ ਪ੍ਰਾਈਮ ਮਿਨਿਸਟਰ ਮੋਦੀ ਦੇ ਦੁਆਰਾ ਸ਼੍ਰੀ ਆਦਿ ਸ਼ੰਕਰਾਚਾਰਿਆ ਸਮਾਧੀ ਤੇ ਸਟੈਚੂ ਜਿਹੜਾ ਕੇਦਾਰਨਾਥ ਦੇ ਵਿੱਚ ਅਨਵੀਲ ਕੀਤਾ ਗਿਆ। ਸੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵਿਜ਼ਿਟਡ ਕੇਦਾਰਨਾਥ। ਕੇਦਾਰਨਾਥ ਕਿੱਥੇ ਆ? ਉੱਤਰਾਖੰਡ ਵਿੱਚ। 5 ਨਵੰਬਰ 2021 ਨੂੰ ਉੱਥੇ ਗਏ। ਉੱਥੇ ਜਾ ਕੇ ਇਹਨਾਂ ਨੇ ਕੁਝ ਰੀਡੈਵਲਪਮੈਂਟ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੂੰ ਇਨੋਗ੍ਰੇਟ ਕੀਤਾ। ਸੋ ਪੀਐਮ ਇਨੋਗ੍ਰੇਟਡ ਰੀਕਨਸਟਰਕਟਡ ਸ਼੍ਰੀ ਆਦਿ ਸ਼ੰਕਰਾਚਾਰਿਆ ਸਮਾਧੀ ਫਾਈਨਲ ਰੈਸਟਿੰਗ ਪਲੇਸ ਇਨ ਰੁਦਰਪ੍ਰਯਾਗ ਡਿਸਟ੍ਰਿਕਟ ਆਫ ਉੱਤਰਾਖੰਡ ਤੇ ਉਹਨਾਂ ਨੇ ਉੱਥੇ ਸਟੈਚੂ ਨੂੰ ਅਨਵੀਲ ਕੀਤਾ। ਜਿਹੜੀ ਇਹ ਸਮਾਧੀ ਸੀ ਇਹ 2013 ਵਿੱਚ ਜਿਹੜੇ ਫਲੱਡ ਆਏ ਸੀ ਕੇਦਾਰਨਾਥ ਉਹਨਾਂ ਤੋਂ ਬਾਅਦ ਡੈਮੇਜ ਹੋ ਗਈ ਸੀ। ਸੋ ਹੁਣ ਇਹਨੂੰ ਦੁਬਾਰਾ ਤੋਂ ਰੀਕਨਸਟਰਕਟ ਕੀਤਾ ਹੈ। ਤੇ ਹੁਣ ਜੇ ਆਪਾਂ ਸਟੈਚੂ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਹਾਈਟ ਹੈ ਉਹ 12 ਫੁੱਟ ਹੈ। ਸੋ 12 ਫੀਟ ਲੌਂਗ ਸਟੈਚੂ ਤੇ ਇਹਦਾ weight ਹੈ ਅਰਾਊਂਡ 35 ਟਨਸ 35,000 ਕਿਲੋਗ੍ਰਾਮ। ਤੇ ਇਹਨੂੰ ਕੰਸਟਰਕਟ ਕਿਨੇ ਕੀਤਾ ਹੈ? ਇਹ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਤੁਹਾਨੂੰ ਇੰਡੀਅਨ ਆਰਟ ਐਂਡ ਕਲਚਰ ਵਿੱਚ ਵੀ ਆ ਸਕਦਾ ਹੈ, ਕਰੰਟ ਅਫੇਅਰ ਵਿੱਚ ਵੀ ਆ ਸਕਦਾ ਹੈ। ਸੋ ਇਹ ਕੀਤਾ ਹੈ ਮਾਈਸੂਰ ਬੇਸਡ ਸਕਲਪਟਰ ਅਰਜੁਨ ਯੋਗੀਰਾਜ ਨੇ। ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਰੀਸੈਂਟਲੀ ਕੁਝ ਨੈਸ਼ਨਲ ਸਪੋਰਟਸ ਅਵਾਰਡ ਅਨਾਉਂਸ ਕੀਤੇ ਨੇ 2021 ਦੇ। So National Sports Award for the year 2021 were announced by Ministry of Youth Affairs and Sport. President Shri Ramnath Kovind ji ਜਿਹੜੇ ਅਵਾਰਡ ਨੇ ਇਹ 13 ਨਵੰਬਰ ਨੂੰ ਦੇਣਗੇ। ਸੋ ਇਹ ਅਵਾਰਡ ਕੈਟੇਗਰੀ ਵਾਈਜ਼ ਯਾਦ ਰੱਖਣੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਸਾਰੇ ਐਗਜ਼ਾਮਸ ਦੇ ਲਈ। ਸੋ ਪਹਿਲੀ ਕੈਟੇਗਰੀ ਹੈ ਮੇਜਰ ਧਿਆਨਚੰਦ ਖੇਲ ਰਤਨ ਅਵਾਰਡ। ਸੋ ਇਹਦੇ ਵਿੱਚ ਕੌਣ-ਕੌਣ ਹੈ? ਨੀਰਜ ਚੋਪੜਾ ਐਥਲੈਟਿਕ, ਰਵੀ ਕੁਮਾਰ ਰੈਸਲਿੰਗ, ਲਵਲੀਨਾ ਬਾਕਸਿੰਗ, ਸ੍ਰੀਜੇਸ਼ ਹਾਕੀ, ਅਵਨੀ ਲੇਖਾਰਾ ਪੈਰਾਸ਼ੂਟਿੰਗ, ਸੁਮਿਤ ਅੰਤਿਲ ਪੈਰਾ ਐਥਲੈਟਿਕ, ਪ੍ਰਮੋਦ ਭਗਤ ਪੈਰਾ ਬੈਡਮਿੰਟਨ, ਕ੍ਰਿਸ਼ਨ ਨਾਗਰ ਪੈਰਾ ਬੈਡਮਿੰਟਨ, ਦੈਨ ਮਨੀਸ਼ ਨਰਵਾਲ ਪੈਰਾਸ਼ੂਟਿੰਗ, ਮਿਥਾਲੀ ਰਾਜ ਕ੍ਰਿਕਟ, ਸੁਨੀਲ ਛੇਤਰੀ ਫੁੱਟਬਾਲ, ਮਨਪ੍ਰੀਤ ਸਿੰਘ ਹਾਕੀ। Next Arjun Award, another important category for outstanding performance in sports and game. Athletics ਦੇ ਵਿੱਚ ਅਰਪਿੰਦਰ ਸਿੰਘ ਬਾਕਸਿੰਗ, ਸਿਮਰਨਜੀਤ ਕੌਰ, ਸ਼ਿਖਰ ਧਵਨ ਕ੍ਰਿਕਟ, ਭਵਾਨੀ ਦੇਵੀ ਫੈਂਸਿੰਗ, ਮੋਨਿਕਾ ਹਾਕੀ, ਵੰਦਨਾ ਕਟਾਰੀਆ ਹਾਕੀ, ਸੰਦੀਪ ਨਰਵਾਲ ਕਬੱਡੀ, then ਹਿਮਾਨੀ ਉੱਤਮ ਪਰਬ ਮਲਖੰਬ, ਅਭਿਸ਼ੇਕ ਵਰਮਾ ਸ਼ੂਟਿੰਗ, ਅੰਕਿਤਾ ਰੈਨਾ ਟੈਨਿਸ, ਦੀਪਕ ਪੁਨੀਆ ਰੈਸਲਿੰਗ, ਦਿਲਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ, ਸੁਰਿੰਦਰ ਕੁਮਾਰ, ਅਮਿਤ ਰੋਹਿਦਾਸ, ਬੀਰੇਂਦਰ ਲਾਕਰਾ, ਸੁਮਿਤ, ਨੀਲਕਾਂਤ ਸ਼ਰਮਾ, ਹਾਰਦਿਕ ਸਿੰਘ, ਵਿਵੇਕ ਸਾਗਰ, ਗੁਰਜੰਟ ਸਿੰਘ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ,
ललित कुमार उपाध्याय, वरुण कुमार, सिमरनजीत। सो ये सारी दी सारी जिहड़ी इंडियन हॉकी टीम है मैन उन्हां नूं भी दित्ते जाणगे। नेक्स्ट इज पैरा एथलैटिक 3 ने योगेश, निशाद, प्रवीण, देन पैरा बैडमिंटन सुहर्ष, सिंगराज अधाना, पैरा शूटिंग, पैरा टेबल टेनिस भवीना पटेल, पैरा आर्चरी हरविंदर सिंह एंड पैरा एथलैटिक शरद कुमार। सो नेक्स्ट बहुत ज्यादा इंपॉर्टेंट कैटेगरी है द्रोणाचार्य अवार्ड फॉर आउटस्टैंडिंग कोचेस। एग्जाम ਦੇ ਵਿੱਚ ਇਹ ਕੁਐਸਚਨ ਆਉਣ ਦੇ ਬਹੁਤ ਜ਼ਿਆਦਾ ਚਾਂਸਸ ਨੇ ਤੇ ਇਹਦੇ ਵਿੱਚ ਪਹਿਲੀ ਕੈਟੇਗਰੀ ਹੈ ਲਾਈਫ ਟਾਈਮ ਕੋਚ ਦੀ, ਦੂਜੀ ਰੈਗੂਲਰ ਕੈਟੇਗਰੀ। ਸੋ ਲਾਈਫ ਟਾਈਮ ਕੋਚ ਦੀ ਜੇ ਗੱਲ ਕਰੀਏ ਤਾਂ ਐਥਲੈਟਿਕ ਦੇ ਵਿੱਚ ਦਿੱਤਾ ਜਾ ਰਿਹਾ ਟੀਪੀ ਯੋਸੇਫ ਨੂੰ, ਦੈਨ ਕ੍ਰਿਕਟ ਸਰਕਾਰ ਤਲਵਾਰ, ਹਾਕੀ ਸਰਪਾਲ ਸਿੰਘ, ਅਸ਼ਨ ਕੁਮਾਰ ਕਬੱਡੀ ਐਂਡ ਤਪਨ ਕੁਮਾਰ ਸਵਿਮਿੰਗ, राधाकृष्णन नायर एथलेटिक, संध्या बॉक्सिंग, प्रीतम हॉकी, जयप्रकाश नौटियाल पैरा शूटिंग एंड सुब्रमण्यम टेबल टेनिस। देन ध्यानचंद अवार्ड फॉर लाइफ टाइम अचीवमेंट इन स्पोर्ट, मोस्ट इंपॉर्टेंट कैटेगरी, लेखा बॉक्सिंग, अभिजीत कुंते चेस, दविंदर सिंह गर्चा हॉकी, विकास कुमार कबड्डी एंड सज्जन सिंह रेसलिंग। सो तुसी एग्जाम दे लई एज इट इज कैटेगरी वाइज दे नाम याद करने ने, नेम प्लस डिसिपल। सो उस तो बाद आंदा है राष्ट्रीय खेल प्रोत्साहन पुरस्कार 2021, वेरी इंपॉर्टेंट। सो कैटेगरी है पहली आइडेंटिफिकेशन एंड नर्चरिंग ऑफ बडिंग एंड यंग टैलेंट, मानव रचना एजुकेशन इंस्टीट्यूट, जिथों उन्होंने यंग टैलेंट्स नूं परखिया ते उन्हां नूं अगे लैके आए। दूजा है स्पोर्ट्स नूं एनकरेजमेंट करनी एह जी कॉरपोरेट सोशल रिस्पॉन्सिबिलिटी के थ्रू, मतलब कोई एह जी ऑर्गेनाइजेशन नूं अवार्ड मिलता है जिहड़े अपने कोई पैसा स्पैशली फंड दिंदे ने, एक तरह दे नाल ये सोशल रिस्पॉन्सिबिलिटी समझदे ने भी जे असी खेल दे विच स्पोर्ट्स दे विच फंडिंग करिए तां इहदे नाल काफ़ी यूथ नूं मदद मिलूगी। सो जिहड़ी ये ऑर्गेनाइजेशन है वो है इंडियन ऑयल कॉरपोरेशन लिमिटेड। सो ये एनकरेज करते रहते हैं टाइम टू टाइम फॉर स्पोर्ट्स। नैक्सट वेरी इंपॉर्टेंट स्पैशली पंजाब के एग्जाम्स के लिए ये बहुत इंपॉर्टेंट है, मक्का ट्रॉफी 2021 मौलाना अबुल कलाम आजाद ट्रॉफी। सो ये मिल रही है पंजाब यूनिवर्सिटी चंडीगढ़ नूं, वेरी वेरी इंपॉर्टेंट। नैक्सट हुण आपां गल करांगे लास्ट विच पब्लिक अफेयर इंडेक्स, अनदर इंपॉर्टेंट इंडेक्स। सो अकॉर्डिंग टू 6th एडिशन, ये 6th एडिशन है पहली चीज ऑफ पब्लिक अफेयर इंडेक्स, जिहड़ी रिपोर्ट पब्लिश की जाती है पब्लिक अफेयर दी, इहनूं एक बेंगलुरु बेस्ड नॉन प्रॉफिट थिंक टैंक पब्लिश करदी है जिहदा नाम है पैक पब्लिक अफेयर सेंटर। ते जे आपां इस साल दी गल करिए तां लार्ज स्टेट कैटेगरी दे विच जिहने टॉप कीता है वो है केरला, नंबर 2 ते आई है तमिलनाडु, नंबर 3 ते तेलंगाना। सो बेसिकली एक स्टेट दी क्वालिटी दसदी है भी किन्ने वधिया तरीके दे नाल अपनी स्टेट नूं चला रहे ने, क्वालिटी गवर्नेंस। स्पैशली इस साल दा फोकस सी 2021 दा भी केड़ी स्टेट ने किन्नी चंगी तरह दे नाल कोविड-19 नूं कर्ब करन दे लई, कंट्रोल करन दे लई अपनी इन्वॉल्वमेंट दिखाई है। सो उस तो बाद आंदी है स्मॉल स्टेट, छोटिया स्टेट्स दे विचों नंबर 1 ते आई है सिक्किम, नंबर 2 ते मेघालय, नंबर 3 ते मिजोरम। दैन यूटी, सो यूनियन टैरेटरीज दे विच नंबर 1 ते पुडुचेरी, नंबर 2 जम्मू एंड कश्मीर, नंबर 3 ते चंडीगढ़। सो जिहड़ा पब्लिक अफेयर इंडेक्स है ये रैंक करदा है स्टेट ते यूटी नूं 3 पिलर्स उत्ते, इक्विटी ग्रोथ सस्टेनेबिलिटी। सो 3 पिलर्स दा भी तुहानूं एग्जाम दे लई नाम याद होना चाहिए, along with 5 theme, 14 sustainable development goal and 43 indicator. So this was all about our November first week important current affair. I hope you liked the video. Keep supporting Victor's Knowledge. Do subscribe to my channel. Thank you and good luck.